Hello guys, welcome to GK Pathshala. Today we are going to solve some sums of set for MasterCAD exam, JEE mains and for some competitive exams. Firstly we are going to solve about set. ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ, ਸਭ ਤੋਂ ਪਹਿਲਾਂ set ਦੀ ਡੈਫੀਨੇਸ਼ਨ ਕੀ ਹੋ ਸਕਦੀ ਹੈ। A well defined and well distinguished collection of objects is called a set. ਸੈੱਟ ਵਿੱਚ ਕੋਈ ਵੀ ਐਲੀਮੈਂਟਸ ਹੋ ਸਕਦੇ ਆ, ਜਿਵੇਂ ਆਪਾਂ ਲੈ ਲਏ ਨੈਚੁਰਲ ਨੰਬਰਸ, ਇੰਟੀਜ਼ਰਸ, ਕੋਈ ਵੀ ਸੈੱਟ ਹੋ ਸਕਦਾ, ਸੈੱਟ ਆਫ ਨੈਚੁਰਲ ਨੰਬਰ, ਸੈੱਟ ਆਫ ਇੰਟੀਜ਼ਰਸ ਐਟਸੈਕਟਰਾ। ਇਹਨੂੰ ਆਪਾਂ ਮੈਂਸ਼ਨ ਕਰਨ ਲਈ ਇਨ ਜਰਨਲ ਕਰਲੀ ਬ੍ਰੈਕਟਸ ਸ਼ੋ ਕਰਦੇ ਹਾਂ। ਇਨ ਜਰਨਲ ਵੀ ਰਿਪਰੈਜ਼ੈਂਟ ਸੈੱਟ ਵਿਦ ਕੈਪੀਟਲ ਲੈਟਰਸ, ਆਲ ਐਲੀਮੈਂਟਸ ਆਫ ਸੈੱਟ ਵਿਲ ਬੀ ਰਿਟਨ ਇਨ ਦਿਸ। ਅਤੇ ਇਹਦੇ ਵਿੱਚ ਕੀ ਹੁੰਦਾ, ਕੋਈ ਵੀ ਰਿਪੀਟ ਲੈਟਰ ਨਹੀਂ ਹੋਵੇਗਾ। ਇਫ ਐਕਸ ਇਜ਼ ਅ number, you can see like this, x is a number in this set, x belongs to a. Okay, now next one. Now representation of set. representation of set ਵਿੱਚ ਕੀ ਹੁੰਦਾ, ਇਸ ਨੂੰ ਦੋ ਤਰ੍ਹਾਂ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ, ਇੱਕ ਰੋਸਟਰ ਫਾਰਮ ਅਤੇ ਇੱਕ ਸੈਟ ਬਿਲਡਰ ਫਾਰਮ। ਸਭ ਤੋਂ ਪਹਿਲਾਂ ਰੋਸਟਰ ਫਾਰਮ। ਰੋਸਟਰ ਫਾਰਮ 'ਚ ਦੇਖੋ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਆਪਾਂ, ਜਿਵੇਂ ਕਰਲੀ ਬ੍ਰੈਕਟ 1 2 3 4, ਇਹ ਕੀ ਹੋ ਗਈ ਆਪਣੀ ਹੁਣ ਰੋਸਟਰ ਫਾਰਮ। ਇਸ ਵਿੱਚ ਕਿੰਨੇ ਵੀ ਐਲੀਮੈਂਟਸ ਹੋ ਸਕਦੇ ਆ, ਬਟ ਕੋਈ ਰਿਪੀਟਡ ਐਲੀਮੈਂਟਸ ਨਹੀਂ ਹੋਣਾ ਚਾਹੀਦਾ। ਨਾਓ ਨੈਕਸਟ ਵਨ ਇਜ਼ ਸੈਟ ਬਿਲਡਰ ਫਾਰਮ। ਸੈਟ ਬਿਲਡਰ ਫਾਰਮ 'ਚ ਦੇਖੋ ਹੁਣ ਸੈਟ ਬਿਲਡਰ 'ਚ ਕਿਵੇਂ ਲਿਖ ਸਕਦੇ ਆਪਾਂ, ਮੰਨ ਲਓ ਐਕਸ ਕੋਈ ਵੀ ਐਨੀ ਐਲੀਮੈਂਟ ਹੈ ਸੈੱਟ ਦਾ, ਐਕਸ ਬਿਲੋਂਗਸ ਟੂ ਨੈਚੁਰਲ ਨੰਬਰ। ਹੁਣ ਇਹ ਕੀ ਆ ਗਈ ਆਪਣੀ ਸੈਟ ਬਿਲਡਰ ਫਾਰਮ। ਇਹਦੇ ਵਿੱਚ ਕੀ, ਇਹ ਸੈੱਟ ਵਿੱਚ ਕੀ ਆ ਜਾਣਗੇ, ਸਾਰੇ ਨੈਚੁਰਲ ਨੰਬਰ ਆ ਜਾਣਗੇ। ਠੀਕ ਹੈ, ਗੋਟ ਇਟ। ਸੋ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ, ਅਤੇ ਬਾਕੀ ਆਪਦੇ ਫਰੈਂਡਸ ਨੂੰ ਵੀ ਜ਼ਰੂਰ ਦੱਸਿਓ। ਨੈਕਸਟ ਹੁਣ ਆਪਾਂ ਇਹ ਕਰਨ ਜਾ ਰਹੇ ਟਾਈਪਸ ਆਫ ਸੈੱਟ ਕੀ ਹੈ। ਕਈ ਤਰ੍ਹਾਂ ਦੇ ਸੈੱਟ ਹੁੰਦੇ ਆ, ਜਿਵੇਂ ਇੰਪਟੀ ਸੈੱਟ, ਨਲ ਸੈੱਟ, ਸਿੰਗਲਟਨ ਸੈੱਟ, ਕਾਰਡੀਨਲ ਨੰਬਰ ਔਰ ਕਾਰਡੀਨੈਲਿਟੀ। ਸਭ ਤੋਂ ਪਹਿਲਾਂ ਕਰਨ ਜਾ ਰਹੇ ਆਪਾਂ ਇੰਪਟੀ ਸੈੱਟ। ਇੰਪਟੀ ਸੈੱਟ ਜਾਂ ਇਹਨੂੰ ਨਲ ਸੈੱਟ ਵੀ ਕਹਿੰਦੇ ਆਪਾਂ। ਕਿਵੇਂ, ਇਹ ਸੈੱਟ ਵਿੱਚ ਹੈਜ਼ ਨੋ ਐਲੀਮੈਂਟਸ ਇਜ਼ ਕੋਲਡ ਅ ਨਲ ਸੈੱਟ ਔਰ ਇੰਪਟੀ ਸੈੱਟ। ਜਿਹੜੇ ਸੈੱਟ ਵਿੱਚ ਕੋਈ ਵੀ ਐਲੀਮੈਂਟ ਨਾ ਹੋਵੇ, ਬਲਕਿ ਮੇਰਾ ਮਤਲਬ ਜ਼ੀਰੋ ਐਲੀਮੈਂਟ ਹੋਵੇ, ਉਹਨੂੰ ਕਹਿੰਦੇ ਆਪਾਂ ਇੰਪਟੀ ਸੈੱਟ। ਇਹਨੂੰ ਐਕਸਪ੍ਰੈਸ ਕਿਵੇਂ ਕਰਦੇ ਆਪਾਂ, ਜਾਂ ਤਾਂ ਫਾਈ ਨਾਲ ਐਕਸਪ੍ਰੈਸ ਕਰ ਦਿੰਦੇ ਹਾਂ, ਜਾਂ ਇਹਨੂੰ ਆਪਾਂ ਬ੍ਰੈਕਟ ਨਾਲ ਐਕਸਪ੍ਰੈਸ ਕਰ ਦਿੰਦੇ ਹਾਂ, ਜਿਵੇਂ ਤੁਸੀਂ ਇਹਦੇ ਦੇਖ ਸਕਦੇ ਹੋ। ਇਸ ਤੋਂ ਬਾਅਦ ਹੈਗਾ ਸਿੰਗਲਟਨ ਸੈੱਟ। ਸਿੰਗਲਟਨ ਸੈੱਟ 'ਚ ਕੀ ਹੁੰਦਾ, ਜਿਸ ਸੈੱਟ ਵਿੱਚ ਸਿਰਫ ਇੱਕ ਐਲੀਮੈਂਟ ਵੀ ਹੋਵੇ, ਕੋਈ ਵੀ ਹੋ ਸਕਦਾ ਉਹ 1 2 3, ਉਹਨੂੰ ਵੀ ਕਹਾਂਗੇ ਆਪਾਂ ਸਿੰਗਲਟਨ ਸੈੱਟ। ਜਿਵੇਂ ਇਹ 1, ਇਹਦੇ ਵਿੱਚ ਕੀ, ਇਹ ਕੀ ਇੱਕ ਸਿੰਗਲਟਨ ਸੈੱਟ ਹੈ, ਕਿਉਂਕਿ ਇਸ ਨੰਬਰ ਆਫ ਐਲੀਮੈਂਟਸ ਕਿੰਨੇ ਹੈ, ਸਿਰਫ ਓਨਲੀ 1। ਅੱਗੇ ਕਰਨ ਜਾ ਰਹੇ ਆਪਾਂ ਕਾਰਡੀਨਲ ਨੰਬਰ ਔਰ ਕਾਰਡੀਨੈਲਿਟੀ। ਨੰਬਰ ਆਫ ਡਿਸਟਿੰਕਟ ਐਲੀਮੈਂਟਸ ਇਨ ਅ ਸੈੱਟ ਇਜ਼ ਕੋਲਡ ਐਜ਼ ਕਾਰਡੀਨਲ ਨੰਬਰ ਆਫ ਇਟ। ਕਾਰਡੀਨਲ ਨੰਬਰ ਕਿਸੇ ਨੂੰ ਕਹਿੰਦੇ, ਜਿੰਨੇ ਨੰਬਰ ਆਫ ਐਲੀਮੈਂਟਸ ਉਹ 'ਚ ਸੈੱਟ ਪ੍ਰੈਜੈਂਟ ਹੋਣ। ਮਤਲਬ ਆਪਾਂ ਉਹਦੀ ਕਾਰਡੀਨੈਲਿਟੀ ਚੈੱਕ ਕਰਨੀ ਹੈ ਕਿ ਉਹ 'ਚ ਕੋਈ ਵੀ ਰਿਪੀਟਡ ਐਲੀਮੈਂਟ ਨਹੀਂ ਹੋਣਾ ਚਾਹੀਦਾ। ਨੰਬਰ ਆਫ ਡਿਸਟਿੰਕਟ ਐਲੀਮੈਂਟ ਦੇਖਣੇ ਹੁੰਦੇ ਆਪਾਂ ਇੱਕ ਸੈੱਟ ਵਿੱਚ ਕਿੰਨੇ ਨੇ। ਜਿਵੇਂ ਤੁਸੀਂ ਐਗਜ਼ਾਮਪਲ ਦੇਖ ਸਕਦੇ ਹੋ, 1 1 2 3 4। ਇਸ ਵਿੱਚ ਇਸ ਦੀ ਕਾਰਡੀਨਲ ਨੰਬਰ ਕੀ ਹੋਏਗਾ, ਇਹ ਕਾਰਡੀਨਲ ਨੰਬਰ 4 ਹੋਊਗਾ। ਤੁਸੀਂ ਸੋਚ ਰਹੇ ਹੋ ਜਿਵੇਂ 5 ਹੋਊਗਾ, 5 ਨਹੀਂ ਹੋ ਸਕਦਾ, ਕਿਉਂਕਿ ਇੱਕ ਕੀ ਇਹਦੇ ਵਿੱਚ 2 ਵਾਰੀ ਰਿਪੀਟ ਹੋ ਰਿਹਾ, ਇਸ ਕਰਕੇ ਇਹਦਾ ਕਾਰਡੀਨਲ ਨੰਬਰ 4 ਹੈ, ਨਾ ਕਿ 5। ਠੀਕ ਹੈ, ਹੁਣ ਅੱਗੇ ਨੈਕਸਟ ਕੁਛ ਕੁ ਫਾਰਮੂਲੇ ਦੇ ਇੰਟਰਸੈਕਸ਼ਨ ਯੂਨੀਅਨ ਵਾਲੇ। ਇਸ ਵਿੱਚ ਫਨਾਈਟ ਸੈੱਟ ਜਾਂ ਇਨਫਾਨਾਈਟ ਸੈੱਟ ਆ ਜਾਂਦਾ, ਜਿਵੇਂ ਫਨਾਈਟ ਸੈੱਟ ਔਰ ਇਨਫਾਨਾਈਟ ਸੈੱਟ ਵਿੱਚ ਹੈਵ ਇਨਫਾਨਾਈਟ ਨੰਬਰ ਆਫ ਐਲੀਮੈਂਟਸ ਇਜ਼ ਕੋਲਡ ਅ ਫਨਾਈਟ ਸੈੱਟ, ਅਦਰਵਾਈਜ਼ ਇਟ ਇਜ਼ ਐਨ ਇਨਫਾਨਾਈਟ। ਜਿਵੇਂ ਸੈੱਟ ਆਫ ਨੈਚੁਰਲ ਨੰਬਰ ਕਹਿ ਸਕਦੇ ਹੋ, ਉਹ ਕੀ ਹੈ ਹੁਣ ਇਨਫਾਨਾਈਟ ਸੈੱਟ ਹੈ। ਅਤੇ ਇਸ ਤਰ੍ਹਾਂ ਹੀ ਆਪਾਂ ਸੈੱਟ ਆਫ ਐਲੀਮੈਂਟਸ ਐਕਸ ਸਮੋਲਰ ਦੈਨ 10, ਇਹਦੇ ਵਿੱਚ ਕੀ ਹੈ ਨੰਬਰ ਆਫ ਲਿਮਟਡ ਨੰਬਰ ਆਫ, ਇਸ ਕਰਕੇ ਇਹਨੂੰ ਵੀ ਕਹਾਂਗੇ ਆਪਾਂ ਫਨਾਈਟ ਸੈੱਟ। 1 2 3 4 5 6 7 8 9 10। ਅਤੇ ਇਸ ਤੋਂ ਯੂਨੀਵਰਸਲ ਸੈੱਟ ਹੈ। ਯੂਨੀਵਰਸਲ ਸੈੱਟ ਜਿਸ 'ਚ ਸਾਰੇ ਐਲੀਮੈਂਟਸ ਆ ਜਾਣ, ਉਹਨੂੰ ਕਹਿੰਦੇ ਆਪਾਂ ਯੂਨੀਵਰਸਲ ਸੈੱਟ, ਅਤੇ ਉਹਨੂੰ ਰਿਪਰੈਜ਼ੈਂਟ ਕਿਸ ਨਾਲ ਕਰਦੇ ਆਪਾਂ, ਯੂ ਨਾਲ। ਸੈੱਟ ਕੰਟੇਨਿੰਗ ਆਲ ਦਾ ਪੋਸੀਬਲ ਐਲੀਮੈਂਟਸ ਇਜ਼ ਕੋਲਡ ਯੂਨੀਵਰਸਲ ਸੈੱਟ।
ਇਸ ਤੋਂ ਬਾਅਦ ਆ ਗਿਆ ਆਪਣਾ ਨੈਕਸਟ ਹੈਗਾ ਸਬਸੈਟ। ਸਬਸੈਟ 'ਚ ਕੀ ਕਹਿ ਸਕਦੇ ਹੋ ਤੁਸੀਂ, ਸਬਸੈਟ ਅ ਸੈਟ A ਇਜ਼ ਕੋਲਡ ਐਜ਼ ਸਬਸੈਟ B ਇਫ ਐਂਡ ਓਨਲੀ ਇਫ ਆਲ ਦ ਐਲੀਮੈਂਟਸ ਆਫ A ਆਰ ਇਨ B। ਇਹਨੂੰ ਸਬਸੈਟ ਕਦੋਂ ਕਹਿ ਸਕਦੇ ਹੋ, B ਦਾ, ਜੋ ਸਾਰੇ ਐਲੀਮੈਂਟਸ ਇਹਦੇ B 'ਚ ਹੋਣ, ਮਤਲਬ A ਇਜ਼ ਅ ਸਬਸੈਟ ਆਫ B। ਜਾਂ ਇਹਨੂੰ ਆਪਾਂ ਐਂ ਵੀ ਰਿਪਰਜੈਂਟ ਕਰ ਸਕਦੇ ਹਾਂ, ਮੰਨ ਲਓ ਇਹ B ਹੈ, ਵੀਨ ਡਾਇਗਰਾਮ ਰਾਹੀਂ ਇਹ A ਹੈ, ਸਾਰੇ ਐਲੀਮੈਂਟਸ ਕੀ ਆ ਗਏ A ਦੇ ਅੰਦਰ, ਇਸ ਕਰਕੇ A ਇਜ਼ ਅ ਸਬਸੈਟ ਆਫ B। ਹੁਣ ਅੱਗੇ ਕਰਨ ਜਾ ਰਿਹਾ ਆਪਾਂ ਸੁਪਰਸੈਟ। ਸੁਪਰਸੈਟ ਕੀ ਹੈ, ਹੁਣ ਦੇਖੋ A ਇਜ਼ ਸਬਸੈਟ ਆਫ B ਦੈਨ B ਇਜ਼ ਕੋਲਡ ਐਜ਼ ਅ ਸੁਪਰਸੈਟ ਆਫ B। ਇਹਨੂੰ ਕਿਵੇਂ ਰਿਪਰਜੈਂਟ ਕਰਾਂਗੇ, ਮੰਨ ਲਓ ਜਿਵੇਂ ਆਪਾਂ ਆਹੀ ਦੇਖਿਆ ਸੀ A ਇਜ਼ ਅ ਸਬਸੈਟ ਆਫ B। ਹੁਣ ਦੇਖੋ A ਕੀ ਹੈ, A ਤਾਂ ਕੀ ਹੈ, ਸਬਸੈਟ ਹੈ B ਦਾ, ਬਟ ਇਹਦੇ ਵਿੱਚ B ਕੀ ਹੋਊਗਾ, B ਕੀ ਹੈ, ਸੁਪਰਸੈਟ ਆਫ A। ਜਿਹਦੇ ਕਿੰਨੀ ਮੂੰਹ ਖੁੱਲ੍ਹਾ ਹੋਵੇ ਉਹ ਕੀ ਹੁੰਦਾ, ਵੱਡਾ ਸੈੱਟ, ਮੰਨ ਉਹ ਕੀ ਹੁੰਦਾ ਸੁਪਰਸੈਟ। B ਕੀ ਹੈ ਇਹਦੇ ਵਿੱਚ ਸੁਪਰਸੈਟ, ਅਤੇ A ਕੀ ਹੈ ਇਹਦਾ ਸਬਸੈਟ। ਅੱਗੇ ਇਸ ਤੋਂ ਬਾਅਦ ਆ ਗਿਆ ਪਾਵਰ ਸੈੱਟ। ਇਹ ਸੈੱਟ ਕੰਟੇਨਿੰਗ ਆਲ ਦਾ ਪੋਸੀਬਲ ਸਬਸੈਟ ਆਫ ਪਰਟੀਕੂਲਰ ਸੈੱਟ ਇਜ਼ ਕੋਲਡ ਇਟਸ ਪਾਵਰ ਸੈੱਟ। ਪਾਵਰ ਸੈੱਟ ਕਿਸ ਜਿਸ 'ਚ ਨੰਬਰ ਆਫ ਪੋਸੀਬਲ ਅਰੇਂਜਮੈਂਟਸ ਹੋ ਸਕਦੀਆਂ ਸਾਰੇ ਐਲੀਮੈਂਟਸ ਦੀਆਂ, ਉਹਨੂੰ ਕਹਿੰਦੇ ਆਪਾਂ ਪਾਵਰ ਸੈੱਟ। ਇਹਨੂੰ ਰਿਪਰਜੈਂਟ ਕਰਦੇ ਹਾਂ PA ਨਾਲ। ਇਹਦੀ ਜਿਵੇਂ ਐਗਜ਼ਾਮਪਲ ਦੇਖ ਸਕਦੇ ਹੋ ਤੁਸੀਂ, ਜਿਵੇਂ ਆਪਾਂ ਲਵੇ ਇੱਕ A ਸੈੱਟ ਹੈ, A ਸੈੱਟ 'ਚ ਐਲੀਮੈਂਟਸ ਨੇ 1 ਅਤੇ 2, ਠੀਕ ਹੈ। ਇਹਦੇ 'ਚ ਨੰਬਰ ਆਫ ਪਾਵਰ ਸੈੱਟਸ ਕਿੰਨੇ ਹੋਣਗੇ, 2 ਦੀ ਪਾਵਰ 2, ਮਤਲਬ ਇਹਦੇ 4 ਸਬਸੈਟ ਬਣ ਸਕਦੇ ਆ, ਜਿਵੇਂ 1 ਹੋ ਸਕਦਾ, ਇੱਕ ਤਾਂ ਇੱਕ 2 ਹੋ ਸਕਦਾ, ਇੱਕ 5 ਹੋ ਸਕਦਾ, ਇੱਕ 1 2 ਹੋ ਸਕਦਾ। ਇਸ ਕਰਕੇ ਇਹਦੇ ਪਾਵਰ ਸੈੱਟ ਕਿੰਨੇ ਬਣਨਗੇ, 4। ਅੱਗੇ ਆਪਾਂ ਕਰਨ ਜਾ ਰਹੇ ਹਾਂ ਓਪਰੇਸ਼ਨ ਔਨ ਸੈਟਸ। ਜਿਵੇਂ ਸਭ ਤੋਂ ਪਹਿਲਾਂ ਆ ਗਿਆ ਆਪਣੇ ਲਵੇ ਯੂਨੀਅਨ। ਯੂਨੀਅਨ 'ਚ ਕੀ ਕਰਦੇ ਹੁੰਦੇ ਆ, ਜਿਵੇਂ ਆਪਾਂ ਸਾਰੇ ਐਲੀਮੈਂਟਸ ਲੈ ਲੈਂਦੇ ਹੁੰਦੇ ਹਾਂ, A ਯੂਨੀਅਨ B ਕੀਤਾ ਮੰਨ ਲਓ ਆਪਾਂ, ਠੀਕ ਹੈ। A ਯੂਨੀਅਨ B ਕੀਤਾ, ਦੇਖੋ ਵੀਨ ਡਾਇਗਰਾਮ ਨਹੀਂ ਤੁਸੀਂ ਦੇਖ ਸਕਦੇ ਹੋ, ਸਾਰੇ ਐਲੀਮੈਂਟਸ ਆਣਗੇ ਜਿਹੜੇ ਕਾਮਨ ਨੇ ਅਤੇ A ਅਤੇ B ਦੇ, ਠੀਕ ਹੈ। ਪਰ ਇਹਦੇ ਵਿੱਚ ਕੋਈ ਰਿਪੀਟਡ ਐਲੀਮੈਂਟਸ ਨਹੀਂ ਹੋਣਾ ਚਾਹੀਦਾ। ਥੋੜ੍ਹੀਆਂ ਕੁਛ ਇਹਦੀਆਂ ਪ੍ਰੋਪਰਟੀਜ਼ ਵੀ ਨੇ, ਜਿਵੇਂ ਇਹਦੇ ਸਿੰਪਲ ਦਾ ਉਹ ਹੋਊਗਾ ਇਹਦਾ U, ਅਤੇ ਇਹਦੀਆਂ ਕੁਛ ਕੁ ਪ੍ਰੋਪਰਟੀਜ਼ ਨੇ, ਆਹ A ਯੂਨੀਅਨ B ਇਜ਼ ਇਕੁਅਲ ਟੂ B ਯੂਨੀਅਨ A, ਕੁਛ ਵੀ ਕਰ ਲਓ ਇਕੁਅਲ ਟੂ A ਯੂਨੀਅਨ A ਇਜ਼ ਇਕੁਅਲ ਟੂ A, A ਯੂਨੀਅਨ B ਯੂਨੀਅਨ A। ਕਿ ਸਭ ਤੋਂ ਪਹਿਲੀ ਆ ਗਈ ਆਪਣੀ ਇਹ ਕਿਹੜੀ ਪ੍ਰੋਪਰਟੀ ਹੈ, ਇਹ ਆ ਗਈ ਆਪਣੀ ਕਲੋਜ਼ਰ ਪ੍ਰੋਪਰਟੀ, ਠੀਕ ਹੈ। ਫਿਰ ਇਸ ਤੋਂ ਬਾਅਦ ਆ ਗਈ ਐਸੋਸੀਏਟਿਵ ਪ੍ਰੋਪਰਟੀ, ਆਇਡੈਂਟੀ ਪ੍ਰੋਪਰਟੀ, ਠੀਕ ਹੈ। ਇਹ ਤੁਹਾਨੂੰ ਕੁਛ ਕੁ ਪ੍ਰੋਪਰਟੀ ਯਾਦ, ਸਭ ਤੋਂ ਇੰਪੋਰਟੈਂਟ ਇਹਦੇ ਵਿੱਚ ਕਿਹੜੀ ਪ੍ਰੋਪਰਟੀ ਆ, ਦਿਸ ਵਨ 6th ਪ੍ਰੋਪਰਟੀ, A ਸਬਸੈਟ ਆਫ B ਦੈਨ A ਯੂਨੀਅਨ B ਇਜ਼ ਇਕੁਅਲ ਟੂ B। ਅੱਗੇ ਹੈਗਾ ਇੰਟਰਸੈਕਸ਼ਨ। ਇੰਟਰਸੈਕਸ਼ਨ ਵਿੱਚ ਆਪਾਂ ਉਹ ਐਲੀਮੈਂਟਸ ਲੈਣੇ ਜਿਹੜੇ ਦੋਨੇ ਸੈਟਸ ਵਿੱਚ ਕਾਮਨ ਹੋਣ। A ਇੰਟਰਸੈਕਸ਼ਨ B, ਇਹਦੀਆਂ ਵੀ ਉਵੇਂ ਸੇਮ ਪ੍ਰੋਪਰਟੀਜ਼ ਲੈਣਗੀਆਂ, ਉਵੇਂ ਕਲੋਜ਼ਰ ਪ੍ਰੋਪਰਟੀ ਹੋ ਗਈ ਪਹਿਲੀ, ਜਿਵੇਂ ਫਿਰ ਆਇਡੈਂਟੀ ਪ੍ਰੋਪਰਟੀ ਹੋ ਗਈ, ਐਸੋਸੀਏਟਿਵ ਪ੍ਰੋਪਰਟੀ ਹੋ ਗਈ, ਠੀਕ ਹੈ। ਅਤੇ A ਇੰਟਰਸੈਕਸ਼ਨ ਜੇ ਆਪਾਂ ਮੰਨ ਲਓ ਯੂਨੀਵਰਸਲ ਸੈੱਟ ਆਪਾਂ ਲਵੇ, ਉਹਦੇ ਨਾਲ ਇੰਟਰਸੈਕਸ਼ਨ ਲਵਾਂਗੇ A ਦੀ, ਤਾਂ ਉਹ ਕੀ ਆ ਜੂ A ਸੈੱਟ ਹੀ ਆ ਜੂਗਾ ਦੁਬਾਰਾ। ਅਸੀਂ A ਦੀ ਇੰਟਰਸੈਕਸ਼ਨ ਲਵਾਂਗੇ ਜੇ 5 ਨਾਲ, ਨਲ ਸੈੱਟ ਹੈ, ਨਲ ਸੈੱਟ ਨਾਲ ਕੀ ਆ ਜੂ, ਕੋਈ ਕਾਮਨ ਐਲੀਮੈਂਟ ਨਹੀਂ ਹੋਣਾ, ਇਸ ਕਰਕੇ ਇਹ ਵੀ ਕੀ ਆ ਜੂਗਾ 5। ਅਤੇ ਸਭ ਤੋਂ ਇੰਪੋਰਟੈਂਟ ਹੈ 6th ਪ੍ਰੋਪਰਟੀ ਕੀ ਹੈ, ਇਫ A ਇਜ਼ ਅ ਸਬਸੈਟ ਆਫ B ਦੈਨ A ਇੰਟਰਸੈਕਸ਼ਨ B ਇਜ਼ ਇਕੁਅਲ ਟੂ A। ਹੁਣ ਦੇਖੋ A ਦੇ ਸਾਰੇ ਐਲੀਮੈਂਟਸ B ਦੇ ਵਿੱਚ ਲਾਈ ਕਰਦੇ ਨੇ, ਠੀਕ ਹੈ। ਹੁਣ ਜਦੋਂ ਆਪਾਂ ਦੋਨਾਂ ਦੀ ਇੰਟਰਸੈਕਸ਼ਨ ਲਵਾਂ, ਮਤਲਬ ਕਾਮਨ ਐਲੀਮੈਂਟਸ ਲਵਾਂਗੇ, ਉਹਨਾਂ ਵਿੱਚ ਆਪਾਂ ਜਿਹੜੇ ਕਾਮਨ ਐਲੀਮੈਂਟਸ, ਇਸ ਕਰਕੇ ਉਹ ਕਿਹਦੇ ਬਰਾਬਰ ਆ ਜੂ, A ਦੇ ਬਰਾਬਰ ਹੀ ਆ ਜੂਗਾ। ਜਿਵੇਂ ਤੁਸੀਂ ਦੇਖ ਸਕਦੇ ਹੋ ਵੀਨ ਡਾਇਗਰਾਮ ਦੇ ਥਰੂ, ਮੰਨ ਲਓ A ਕੀ ਆਪਣਾ B ਹੈ ਅਤੇ A ਕੀ ਹੈ A, ਅਤੇ ਹੁਣ ਦੋਨਾਂ ਦੀ ਇੰਟਰਸੈਕਸ਼ਨ ਲਓਗੇ, ਕਾਮਨ ਐਲੀਮੈਂਟਸ ਕਿਹੜੇ ਨੇ ਇਹਦੇ ਵਿੱਚ, ਇਕੱਲੇ A ਵਾਲੇ ਆ, ਇਸ ਕਰਕੇ ਇਹਦਾ ਆਨਸਰ ਕੀ ਆ ਜੂਗਾ, ਓਨਲੀ A। ਨੈਕਸਟ ਵਨ ਅੱਗੇ ਹੈਗਾ ਆਪਾਂ ਡਿਫਰੈਂਸ। ਡਿਫਰੈਂਸ ਕੀ ਹੈ, ਇਹਦੇ ਵਿੱਚ ਆਪਾਂ ਕੱਢਣੇ ਹੁੰਦੇ ਜਾਂ ਤਾਂ ਆਪਾਂ A ਮਾਈਨਸ B, ਅਤੇ ਸੈਕਿੰਡ ਜਿਹੜੀ ਵੀਨ ਡਾਇਗਰਾਮ ਬਣੀ ਹੋਈ ਹੈ ਇਸ ਵਿੱਚ ਹੈਗਾ B ਮਾਈਨਸ A। ਇਹਦੇ ਵਿੱਚ ਕੀ ਹੁੰਦਾ ਵੀ A ਦੇ ਐਲੀਮੈਂਟਸ ਲੈਣੇ ਆ ਜਿਹੜੇ B ਵਿੱਚ ਨਹੀਂ ਹੈਗੇ, ਇਕੱਲੇ ਓਨਲੀ A ਦੇ, ਅਤੇ ਸੈਕਿੰਡ ਡਾਇਗਰਾਮ 'ਚ ਓਨਲੀ B ਦੇ ਐਲੀਮੈਂਟਸ ਲੈਣੇ ਆਪਾਂ, ਅਤੇ ਕੋਈ ਵੀ ਕਾਮਨ ਐਲੀਮੈਂਟ ਨਹੀਂ ਹੋਣਾ ਚਾਹੀਦਾ ਇਹਨਾਂ ਵਿੱਚ। ਪ੍ਰੋਪਰਟੀਜ਼ ਕੀ ਆਵਾਂਗੇ, A ਮਾਈਨਸ A ਕਰ ਦਾਂਗੇ, ਕੀ ਆ ਜੂਗਾ 5, ਕੋਈ ਵੀ ਐਲੀਮੈਂਟ A ਦਾ ਨਾ ਹੋਊਗੀ, ਇਹ ਨਲ ਸੈੱਟ, A ਮਾਈਨਸ 5 ਇਜ਼ ਇਕੁਅਲ ਟੂ A। A 'ਚੋਂ ਦੇਖੋ ਜੇ ਯੂਨੀਵਰਸਲ ਸੈੱਟ ਮਾਈਨਸ ਕਰਦੇ ਆ ਤਾਂ ਵੀ ਕੋਈ ਸੈੱਟ ਨਹੀਂ ਰਹਿਣਾ, 5 ਦੇ ਬਰਾਬਰ ਆ ਜੂ। ਅਤੇ ਇਸ ਤੋਂ ਬਾਅਦ ਆਪਣੇ ਆ ਥੋੜ੍ਹੇ ਡਿਸਟ੍ਰੀਬਿਊਟਿਵ ਲਾ, 4th ਅਤੇ 5th ਆਪਣਾ ਡਿਸਟ੍ਰੀਬਿਊਟਿਵ ਲੋ ਆ ਗਏ, ਠੀਕ ਹੈ। ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸੈਸ਼ਨ ਕਿਵੇਂ ਲੱਗ ਰਿਹਾ, ਫਿਰ ਆਪਾਂ ਕੰਟੀਨਿਊ ਰੱਖਾਂਗੇ। ਸੈਕਿੰਡ ਪਾਰਟ 'ਚ ਹੁਣ ਆਪਾਂ ਇਹਦੇ ਸਮ ਸੋਲਵ ਕਰਾਂਗੇ ਸੈਟਸ ਦੇ। ਅਤੇ ਇਸ ਤੋਂ ਬਾਅਦ ਆ ਗਿਆ ਆਪਣਾ ਕੰਪਲੀਮੈਂਟ।
ਕੰਪਲੀਮੈਂਟ 'ਚ ਕੀ ਹੁੰਦਾ, ਕੰਪਲੀਮੈਂਟ 'ਚ ਉਹ ਸੈੱਟ ਨੂੰ ਛੱਡ ਕੇ ਆਪਾਂ ਬਾਕੀ ਐਲੀਮੈਂਟ ਲੈਣੇ ਹੁੰਦੇ, ਜਿਵੇਂ ਤੁਸੀਂ ਇਹਨੂੰ ਲਿਖ ਦਿੰਦੇ ਹੋ ਏ ਦੇ ਬਾਰ ਨਾਲ ਵੀ ਮੈਂਸ਼ਨ ਕਰਦੇ ਹੋ, ਜਾਂ ਏ ਦਾ ਕੰਪਲੀਮੈਂਟ ਮੈਂਸ਼ਨ ਕਰ ਦਿੰਦੇ ਹੁੰਦੇ ਆਪਾਂ ਇਹਨੂੰ, ਠੀਕ ਹੈ। ਏ ਦੇ ਕੰਪਲੀਮੈਂਟ ਮਤਲਬ ਏ ਸੈੱਟ ਨੂੰ ਛੱਡ ਕੇ ਬਾਕੀ ਸਾਰੇ ਐਲੀਮੈਂਟ, ਜਿਵੇਂ ਉਹ ਗ੍ਰੀਨ ਪੋਰਸ਼ਨ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਇਹਦੀਆਂ ਪ੍ਰੋਪਰਟੀਜ਼ ਕੀ ਨੇ, ਏ ਯੂਨੀਅਨ ਏ ਕੰਪਲੀਮੈਂਟ, ਮਤਲਬ ਏ ਤੇ ਨੇ ਸਾਰੇ ਐਲੀਮੈਂਟ ਛੱਡ ਕੇ ਕਿਹਦੇ ਬਰਾਬਰ ਆਜੂ, ਯੂਨੀਵਰਸਲ ਸੈੱਟ ਦੇ ਬਰਾਬਰ ਆਜੂ। ਜਿਹਦੀ ਇੰਟਰਸੈਕਸ਼ਨ ਲਓਗੇ ਤਾਂ ਉਹ ਕਿਹਦੇ ਬਰਾਬਰ ਆਜੂ, 5। ਯੂਨੀਵਰਸਲ ਸੈੱਟ 'ਚ ਕੀ ਹੁੰਦੇ ਆ, ਸਾਰੇ ਐਲੀਮੈਂਟਸ ਹੁੰਦੇ ਆ। ਜੇ ਯੂਨੀਵਰਸਲ ਸੈੱਟ ਦਾ ਕੰਪਲੀਮੈਂਟ ਲਓਗੇ ਉਹ ਕਿਹਦੇ ਬਰਾਬਰ ਆਜੂਗਾ, 5 ਦੇ ਬਰਾਬਰ ਆਜੂਗਾ, ਠੀਕ ਹੈ। ਅਤੇ ਸੋਰੀ 5 ਦਾ ਕੰਪਲੀਮੈਂਟ ਲਵਾਂਗਾ ਉਹ ਕਿਹਦੇ ਬਰਾਬਰ ਆਜੂਗਾ, ਯੂਨੀਵਰਸਲ ਸੈੱਟ ਦੇ। ਏ ਮਾਈਨਸ ਏ ਦਾ ਕੰਪਲੀਮੈਂਟ, ਇਹ ਵੀ ਕਿਹਦੇ ਬਰਾਬਰ ਆਜੂਗਾ, ਏ ਦਾ। ਹੁਣ ਇਹਦੇ ਵਿੱਚ ਦੇਖੋ 5th ਪ੍ਰੋਪਰਟੀ ਇੰਪੋਰਟੈਂਟ ਹੈ ਇਹਦੇ ਵਿੱਚ। 5th ਪ੍ਰੋਪਰਟੀ ਵਿੱਚ ਕੀ ਹੈ, ਹੁਣ ਜਿਵੇਂ ਏ ਮਾਈਨਸ ਏ ਕੰਪਲੀਮੈਂਟ ਕਰੋਗੇ, ਏ ਸੈੱਟ ਦੇ ਵਿੱਚੋਂ ਏ ਕੰਪਲੀਮੈਂਟ ਮਤਲਬ ਜਿਹੜੇ ਰਹਿ ਗਏ ਐਲੀਮੈਂਟ ਬਾਹਰਲੇ ਉਹਨੂੰ ਮਾਈਨਸ ਕਰੋ ਤਾਂ ਉਹ ਕਿਹਦੇ ਏ ਦੇ ਬਰਾਬਰ ਹੀ ਆਜੂ, ਕਿਉਂਕਿ ਇਹਦੇ ਵਿੱਚ ਕੋਈ ਕਾਮਨ ਐਲੀਮੈਂਟ ਨਹੀਂ, ਠੀਕ ਹੈ। ਹੁਣ ਨੈਕਸਟ ਵਨ ਡੀ ਮੋਰਗਨਸ ਲਾ, ਸਭ ਮੋਸਟ ਇੰਪੋਰਟੈਂਟ ਹੈ। ਡੀ ਮੋਰਗਨਸ 'ਤੇ ਸਟਾਰ ਲਗਾ ਲਓ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਡੀ ਮੋਰਗਨ ਲੋ। ਡੀ ਮੋਰਗਨ ਲੋ 'ਚ ਕੀ ਹੁੰਦਾ, ਇਹ ਯਾਦ ਰੱਖ ਲਓ ਤੁਸੀਂ, ਏ ਇੰਟਰਸੈਕਸ਼ਨ ਬੀ ਦਾ ਕੰਪਲੀਮੈਂਟ ਕਿਹਦੇ ਬਰਾਬਰ ਹੋ, ਏ ਦਾ ਕੰਪਲੀਮੈਂਟ। ਇੰਟਰਸੈਕਸ਼ਨ ਕਾ ਚੇਂਜ ਹੋ ਜੂ, ਯੂਨੀਅਨ 'ਚ, ਯੂਨੀਅਨ ਬੀ ਦਾ ਕੰਪਲੀਮੈਂਟ। ਅਸੀਂ ਏ ਯੂਨੀਅਨ ਬੀ ਹੋਲ ਦਾ ਕੰਪਲੀਮੈਂਟ ਕਿਹਦੇ ਬਰਾਬਰ ਹੁੰਦਾ, ਏ ਦਾ ਕੰਪਲੀਮੈਂਟ। ਯੂਨੀਅਨ ਦਾ ਕੰਪਲੀਮੈਂਟ ਕੀ ਹੁੰਦਾ, ਇੰਟਰਸੈਕਸ਼ਨ ਬੀ ਦਾ ਕੰਪਲੀਮੈਂਟ। ਇਸ ਤੋਂ ਬਾਅਦ ਆ ਗਿਆ ਆਪਣੇ ਵੇ ਡਿਸਟਰੀਬਿਊਟਿਵ ਲੋ। ਡਿਸਟਰੀਬਿਊਟਿਵ ਲੋ 'ਚ ਕੀ ਹੁੰਦਾ, ਏ ਯੂਨੀਅਨ ਬੀ ਇੰਟਰਸੈਕਸ਼ਨ ਸੀ ਹੈ ਮੰਨ ਲਓ, ਤਾਂ ਇਹ ਕਿਹਦੇ ਇਕੁਅਲ ਆ ਜੂਗਾ, ਏ ਯੂਨੀਅਨ ਬੀ ਇੰਟਰਸੈਕਸ਼ਨ ਏ ਯੂਨੀਅਨ ਸੀ। ਅਤੇ ਸੈਕਿੰਡ ਪਾਰਟ ਵਿੱਚ ਅਸੀਂ ਏ ਇੰਟਰਸੈਕਸ਼ਨ ਬੀ ਯੂਨੀਅਨ ਸੀ ਹੈ, ਅਤੇ ਕਿਹਦੇ ਬਰਾਬਰ ਆ ਜੂ, ਏ ਇੰਟਰਸੈਕਸ਼ਨ ਬੀ ਯੂਨੀਅਨ ਏ ਇੰਟਰਸੈਕਸ਼ਨ ਸੀ, ਠੀਕ ਹੈ। ਇਸ ਤੋਂ ਬਾਅਦ ਇਹ ਕੁਛ ਕੁ ਲਾ ਨੇ, ਲਾ ਆਫ ਸੈਟ ਤੁਸੀਂ ਪੜ੍ਹੇ ਹੀ ਹੋਣੇ ਪਹਿਲਾਂ ਵੀ ਫੋਰਮੂਲੇ ਤਾਂ, ਇਹ ਇੱਕ ਆਪਾਂ ਰਿਵੀਜ਼ਨ ਕਰ ਰਹੇ ਹਾਂ। ਜੇ ਤੁਸੀਂ ਪ੍ਰੂਫ ਕਹੋਗੇ ਤਾਂ ਮੈਂ ਪ੍ਰੂਫ ਵੀ ਕਰਕੇ ਦਿਖਾ ਦੂੰ ਬਾਅਦ ਵਿੱਚ, ਆਪਾਂ ਹੋਰ ਕੋਈ ਵੀਡੀਓ ਬਣਾ ਲਾਂਗੇ ਇੱਕ ਹੋਰ। ਅਤੇ ਇਸ ਵਿੱਚ ਹੈਗਾ ਸਭ ਤੋਂ ਪਹਿਲਾਂ ਨੰਬਰ ਆਫ ਐਲੀਮੈਂਟਸ ਆਫ ਏ ਜਾਂ ਨੰਬਰ ਆਫ ਐਲੀਮੈਂਟਸ ਇਨ ਬੀ। ਜਿਵੇਂ ਨੰਬਰ ਆਫ ਐਲੀਮੈਂਟਸ ਇਨ ਏ ਯੂਨੀਅਨ ਬੀ ਕਿਹਦੇ ਬਰਾਬਰ ਹੋ, ਨੰਬਰ ਆਫ ਐਲੀਮੈਂਟਸ ਇਨ ਏ ਪਲੱਸ ਨੰਬਰ ਆਫ ਐਲੀਮੈਂਟਸ ਇਨ ਬੀ ਮਾਈਨਸ ਨੰਬਰ ਆਫ ਐਲੀਮੈਂਟਸ ਇਨ ਇੰਟਰਸੈਕਸ਼ਨ। ਜਿਵੇਂ ਇਹ ਦੇਖੋ ਵੀਨ ਡਾਇਗਰਾਮ ਦੇ ਥਰੂ ਸਮਝਦੇ ਆਪਾਂ, ਆਪਾਂ ਲਵੇ ਏ ਸੈੱਟ ਹੈ ਅਤੇ ਇੱਕ ਬੀ ਸੈੱਟ ਹੈ। ਏ ਅਤੇ ਬੀ ਸੈੱਟ ਦੇ ਆਪਾਂ ਟੋਟਲ ਨੰਬਰ ਆਫ ਐਲੀਮੈਂਟਸ ਕੱਢਣੇ ਆ, ਪਹਿਲਾਂ ਏ ਦੇ ਐਲੀਮੈਂਟ ਦੇ ਐਡ ਕਰਾਂਗੇ, ਬਾਅਦ 'ਚੋਂ ਬੀ ਦੇ ਐਡ ਕਰਾਂਗੇ। ਹੁਣ ਦੇਖੋ ਜਿਹੜਾ ਚੱਲ ਰਿਹਾ ਪੋਰਸ਼ਨ ਹੈ ਡਬਲ ਵਾਈ ਰਿਪੀਟ ਹੋ ਗਿਆ, ਤਾਂ ਇੱਕ ਵਾਰੀ ਆਪਾਂ ਇਹਨੂੰ ਮਾਈਨਸ ਕਰਤਾ। ਨੈਕਸਟ 3 ਵਾਲੇ 'ਚ ਵੀ ਏ ਯੂਨੀਅਨ ਬੀ ਯੂਨੀਅਨ ਸੀ, ਐਨ ਏ ਪਲੱਸ ਐਨ ਬੀ ਪਲੱਸ ਐਨ ਸੀ ਮਾਈਨਸ ਐਨ ਏ ਇੰਟਰਸੈਕਸ਼ਨ ਬੀ ਮਾਈਨਸ ਐਨ ਏ ਬੀ ਇੰਟਰਸੈਕਸ਼ਨ ਸੀ ਮਾਈਨਸ ਐਨ ਸੀ ਇੰਟਰਸੈਕਸ਼ਨ ਏ ਪਲੱਸ ਐਨ ਏ ਇੰਟਰਸੈਕਸ਼ਨ ਬੀ ਇੰਟਰਸੈਕਸ਼ਨ ਸੀ, ਠੀਕ ਹੈ। ਨੈਕਸਟ ਚਲੋ ਕਾਰਟੀਜ਼ਨ ਪ੍ਰੋਡਕਟ ਆਪਾਂ ਸੈਕਿੰਡ ਪਾਰਟ 'ਚ ਟਰਾਈ ਕਰ ਲਾਂਗੇ। ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਅਤੇ ਕਮੈਂਟ ਕਰਿਓ ਵੀ ਕਿਵੇਂ ਲੱਗੀ ਤੁਹਾਨੂੰ ਵੀਡੀਓ, ਅਤੇ ਆਪਾਂ ਫਿਰ ਕੰਟੀਨਿਊ ਰੱਖਾਂਗੇ ਇਸ ਸੈਸ਼ਨ ਨੂੰ। ਓਕੇ, ਥੈਂਕਸ।